Good morning, students. This is Rajvinder Singh from Guru Nanak Public Senior Secondary School रैया। ਬੱਚਿਓ ਆਪਾਂ ਇਲੈਕਟ੍ਰੋਕੈਮਿਸਟਰੀ ਕਰਦੇ ਪਏ ਆ। +2 ਕਲਾਸ ਦੀ ਕੈਮਿਸਟਰੀ ਦਾ ਯੂਨਿਟ ਇਲੈਕਟ੍ਰੋਕੈਮਿਸਟਰੀ। ਇਲੈਕਟ੍ਰੋਲਿਸਿਸ ਆਪਾਂ ਕੱਲ੍ਹ ਸਮਝਿਆ ਥੋੜ੍ਹਾ ਕੁ ਵੀ ਓਪੋਜ਼ਿਟ ਆਇਨ ਜਿਹੜੇ ਓਪੋਜ਼ਿਟ ਚਾਰਜ ਇਲੈਕਟ੍ਰੋਡ ਨਾਲ ਡਿਪੋਜ਼ਿਟ ਹੁੰਦੇ। ਅੱਜ ਫੈਰੇਡੇ ਦੇ ਲਾ ਪੜਾਂਗੇ। ਬੜੇ ਮੇਨ ਨੇ, 2 ਲਾ ਨੇ। ਫੈਰੇਡੇ ਦੇ ਲਾ ਵੀ ਸਮਝਣਾ, ਨਮੈਰੀਕਲ ਵੀ ਕਰਕੇ ਵੇਖਣਾ ਲਾ ਨਾਲ ਰਿਲੇਟਿਡ। ਫਿਰ ਸੈਕਿੰਡ ਲਾ ਕਰਾਂਗੇ। ਫਸਟ ਆ ਗਿਆ, ਫਸਟ ਸਾਡੇ ਕੋਲ ਹੈਗਾ ਫੈਰੇਡੇਜ਼ ਫਸਟ ਲਾ ਆਫ ਇਲੈਕਟ੍ਰੋਲਿਸਿਸ, ਜਾਂ ਸਿੱਧਾ ਲਿਖ ਦਿੰਦੇ ਫਸਟ ਲਾ। ਇਹਦੇ ਵਿੱਚ ਇਹਨਾਂ ਨੇ ਕੀ ਕਿਹਾ ਵਾ, ਇਹ 'ਚ ਇੱਕ ਗੱਲ ਯਾਦ ਰੱਖਿਓ, W ਪ੍ਰਪੋਰਸ਼ਨਲ ਟੂ Q। ਜਿੰਨਾ ਜ਼ਿਆਦਾ ਕਰੰਟ ਪਾਸ ਹੋਊਗਾ, ਜਿੰਨਾ ਜ਼ਿਆਦਾ ਚਾਰਜ ਪਾਸ ਹੋਊਗਾ, ਓਨਾ ਹੀ ਮਾਸ ਡਿਪੋਜ਼ਿਟਡ ਹੋਊਗਾ। ਜਿੱਦਾਂ ਆਪਾਂ ਇਲੈਕਟ੍ਰੋਲਿਸਿਸ ਕਿੱਦਾਂ ਕਰਦੇ ਹੁੰਦੇ ਸੀ, ਆਪਾਂ ਸੈੱਲ ਲਈਦਾ ਸੀ, ਕੈਥੋਡ ਐਨੋਡ, ਕੈਥੋਡ ਨੈਗੇਟਿਵ, ਐਨੋਡ ਪੋਜ਼ੀਟਿਵ, ਅਤੇ ਇੱਥੇ ਚਾਰਜ ਹੁੰਦੇ ਸੀ ਪੋਜ਼ੀਟਿਵ ਵੀ ਹੁੰਦਾ ਸੀ, ਨੈਗੇਟਿਵ ਵੀ ਹੁੰਦਾ ਸੀ। ਪੋਜ਼ੀਟਿਵ ਨੈਗੇਟਿਵ ਵੱਲ ਡਿਪੋਜ਼ਿਟ ਹੁੰਦਾ ਸੀ। ਹੁਣ ਜਿੰਨਾ ਜ਼ਿਆਦਾ ਤੁਸੀਂ ਇਹਦੇ ਵਿੱਚੋਂ ਚਾਰਜ ਪਾਸ ਕਰਾਓਗੇ, ਓਨਾ ਹੀ ਜਿਹੜਾ ਮਾਸ ਆ ਡਿਪੋਜ਼ਿਟਡ ਹੋਊਗਾ। ਮੰਨ ਲਓ ਵੱਡੀ ਤੋਂ ਵੱਡੀ ਬੈਟਰੀ ਲਾਈ ਜਾਓ, ਓਨਾ ਹੀ ਜ਼ਿਆਦਾ ਮਾਸ ਡਿਪੋਜ਼ਿਟਡ ਹੋਈ ਜਾਣਾ। ਆਪਾਂ ਇੱਥੇ ਕੀ ਕਹਿਣਾ ਵਾ, ਅਕੋਰਡਿੰਗ ਟੂ ਦਿਸ ਲਾ on passing current in an electrolyte ਜਦੋਂ ਆਪਾਂ ਇਹਦੇ ਵਿੱਚੋਂ ਕਰੰਟ ਪਾਸ ਕਰਾਉਂਦੇ ਆ, ਟੁੱਟ ਜਾਂਦੇ ਆ ਨਾ, ਅਤੇ ਜਿੰਨਾ ਜ਼ਿਆਦਾ ਚਾਰਜ ਹੋਊਗਾ ਓਨੀ ਅਮਾਊਂਟ ਡਿਪੋਜ਼ਿਟਡ ਹੋਊਗੀ। ਪਾਸਿੰਗ ਕਰੰਟ ਇਨ ਐਨ ਇਲੈਕਟ੍ਰੋਲਾਈਟ ਸਲਿਊਸ਼ਨ। ਹੁਣ ਆਹ ਚੀਜ਼ ਮੈਂ ਲਿਖਣ ਲੱਗਾ, ਦਾ ਅਮਾਊਂਟ ਆਫ ਸਬਸਟਾਂਸ, W ਹੈਗਾ ਅਮਾਊਂਟ ਆਫ ਮਾਸ ਡਿਪੋਜ਼ਿਟਡ ਜਾਂ ਅਮਾਊਂਟ ਆਫ ਸਬਸਟਾਂਸ ਡਿਪੋਜ਼ਿਟਡ। ਦਾ ਅਮਾਊਂਟ ਆਫ substance deposited on the electrode is directly proportional to ਕਿਹਦੇ, charge flown in the solution, directly proportional to amount of charge flown in the solution। ਠੀਕ ਹੈ, ਯਾਦ ਰੱਖ ਲਿਓ, ਓਨਾ ਜ਼ਿਆਦਾ ਮਾਸ ਡਿਪੋਜ਼ਿਟਡ ਹੋਊਗਾ ਜਿੰਨਾ ਜ਼ਿਆਦਾ ਚਾਰਜ ਫਲੋ ਕਰੂਗਾ ਸਲਿਊਸ਼ਨ ਦੇ ਵਿੱਚ। ਵੀ ਜਿੰਨਾ ਪਾਵਰਫੁਲ ਸੈੱਲ ਵਗੈਰਾ ਲਾ ਦੋਗੇ, ਜ਼ਿਆਦਾ ਤੋਂ ਜ਼ਿਆਦਾ ਡਿਸੋਸੀਏਟ ਹੋਣਗੇ, ਟੁੱਟਣਗੇ, ਅਤੇ ਓਨਾ ਹੀ ਚਾਰਜ ਫਲੋ ਕਰੂਗਾ ਅਤੇ ਓਨਾ ਹੀ ਮਾਸ ਡਿਪੋਜ਼ਿਟਡ ਹੋਊਗਾ। W ਦਾ ਮਤਲਬ ਕੀ ਆ, ਅਮਾਊਂਟ ਆਫ ਮਾਸ ਡਿਪੋਜ਼ਿਟਡ, ਅਤੇ Q ਦਾ ਮਤਲਬ ਕੀ ਹੈਗਾ ਵਾ, ਚਾਰਜ ਫਲੋਨ ਇਨ ਦਾ ਸਲਿਊਸ਼ਨ। ਹੁਣ ਆਪਾਂ ਮੈਥੇਮੈਟੀਕਲੀ ਲਿਖਿਆ ਸੀ W ਪ੍ਰਪੋਰਸ਼ਨਲ ਟੂ Q। ਪ੍ਰਪੋਰਸ਼ਨਲ ਦਾ ਸਾਈਨ ਹਟਾ ਕੇ ਕੌਂਸਟੈਂਟ ਐਡ ਕਰੀਦਾ। ਕੌਂਸਟੈਂਟ ਇੱਥੇ ਆਉਣਾ Z ਦਾ ਮਤਲਬ ਹੁੰਦਾ ਇਲੈਕਟ੍ਰੋਕੈਮੀਕਲ ਇਕੁਈਵੇਲੈਂਟ ਆਫ ਦਾ ਆਇਨ। Z ਦਾ ਮਤਲਬ ਵੀ ਕੀ ਹੈਗਾ ਵਾ, ਇਲੈਕਟ੍ਰੋਕੈਮੀਕਲ ਇਕੁਈਵੇਲੈਂਟ ਆਫ ਆਇਨ। ਹੁਣ ਆਪਾਂ ਅੱਗੇ ਕੀ ਦੇਖਦੇ, ਜਿਹੜਾ Z ਆ ਨਾ, ਇਹਨੂੰ ਇੱਥੇ ਰੋਕ ਦਿੰਦੇ ਹਾਂ ਆਪਾਂ। Z ਦਾ ਆਪਣਾ ਇੱਕ ਫਾਰਮੂਲਾ ਹੁੰਦਾ E/Faraday। ਫੈਰੇਡੇ ਦਾ ਕਿੰਨਾ ਨੰਬਰ ਹੁੰਦਾ, 96,500 ਕੂਲੰਬ। E/Faraday ਤੁਹਾਨੂੰ ਆ ਤੇ ਸਮਝ ਆ ਜਾਂਦਾ। ਹੁਣ ਆ E ਕੀ ਆ ਗਿਆ, E ਦਾ ਮਤਲਬ ਆ ਇਕੁਈਵੇਲੈਂਟ ਮਾਸ ਆਫ ਐਲੀਮੈਂਟ। ਆ ਮੈਂ Z ਦਾ ਫਾਰਮੂਲਾ ਲਿਖਤਾ, E ਦਾ ਮਤਲਬ ਹੈਗਾ ਵਾ ਇਕੁਈਵੇਲੈਂਟ। ਵੀ ਜੇ ਤੁਹਾਨੂੰ Z ਨਹੀਂ ਹੀ ਸਮਝ ਆਉਂਦਾ, Z ਨੂੰ ਇੱਦਾਂ ਬਦਲ ਸਕਦੇ। Z ਦਾ ਮਤਲਬ ਹੈਗਾ ਹੀ E/F। F ਦਾ ਮਤਲਬ 96,500। E ਦਾ ਮਤਲਬ ਹੁੰਦਾ ਇਕੁਈਵੇਲੈਂਟ ਮਾਸ ਆਫ ਦਾ ਐਲੀਮੈਂਟ।
ਤੇ ਇਹ ਕਿੱਦਾਂ ਕੱਢੀਦਾ ਹੀ ਇਕੁਈਵੈਲੈਂਟ ਮਾਸ ਇਹ ਪਤਾ ਹੋਣਾ ਚਾਹੀਦਾ, ਕਿਉਂਕਿ ਨੋਰਮੈਲਿਟੀ ਜਿਨ੍ਹਾਂ ਨੇ ਪੜ੍ਹਿਆ ਵਾ +1 ਦੇ ਵਿੱਚ ਆਪਾਂ +2 ਦੇ ਵਿੱਚ ਵੀ ਕਰ ਚੁੱਕੇ ਆ, ਉਹਨਾਂ ਨੂੰ ਪਤਾ ਇਕੁਈਵੈਲੈਂਟ ਮਾਸ ਕਿੱਦਾਂ ਕੱਢੀਦਾ ਵਾ। ਮੋਲਰ ਮਾਸ ਡਿਵਾਈਡਡ ਬਾਈ x ਫੈਕਟਰ ਜਾਂ n ਫੈਕਟਰ। ਮੋਲਰ ਮਾਸ E ਦੀ ਵੈਲਿਊ ਕਿੱਦਾਂ ਕੱਢੀ ਦੀ ਆ, ਮੋਲਰ ਮਾਸ ਡਿਵਾਈਡਡ ਬਾਈ n ਫੈਕਟਰ। n ਫੈਕਟਰ ਉਹੀ ਐਸਿਡਿਟੀ, ਬੇਸਿਸਿਟੀ ਤੇ ਪੋਜ਼ਿਟਿਵ ਵੈਲੈਂਸੀ, ਤਿੰਨ ਚੀਜ਼ਾਂ ਤੋਂ ਪਤਾ ਲੱਗ ਜਾਂਦਾ। ਹੁਣ ਆਪਾਂ ਕੀ ਕਰਦੇ ਆ, ਇੱਥੇ ਭਰ ਦਿੰਨੇ ਆਪਾਂ W ਇਜ਼ ਇਕੁਅਲ ਟੂ ਕੀ ਆ ਜਾਊਗਾ, Z ਦੀ ਜਗ੍ਹਾ ਤੇ ਕੀ ਭਰਤਾ E/96500 ਨਾਲ Q ਆ ਚੀਜ਼, ਤੇ Q ਕੀ ਆ, ਚਾਰਜ। Q ਦਾ ਮਤਲਬ ਹੈਗਾ ਚਾਰਜ, ਤੇ ਚਾਰਜ ਨੂੰ ਕਿੱਦਾਂ ਲਿਖੀਦਾ ਵਾ, ਕਰੰਟ ਮਲਟੀਪਲਾਈ ਬਾਈ ਟਾਈਮ। ਕੀ ਆ ਜਾਊਗਾ W E/96500, Q ਹੈਗਾ ਚਾਰਜ ਤੇ ਚਾਰਜ ਹੁੰਦਾ ਕਰੰਟ ਇਨਟੂ ਟਾਈਮ। ਆ ਸਾਡਾ ਇੱਕ ਫਾਰਮੂਲਾ ਬਣ ਗਿਆ। ਤੁਸੀਂ E ਨੂੰ ਕੀ ਲਿਖ ਸਕਦੇ ਆ, M/N ਵੀ ਲਿਖ ਸਕਦੇ। M/N, M ਦਾ ਮਤਲਬ ਮੋਲਰ ਮਾਸ। ਜੇ E ਨੂੰ ਵੀ ਬਦਲਣਾ ਚਾਹੁੰਦੇ, ਸਾਡਾ ਲਾਸਟ ਫਾਰਮੂਲਾ ਬਣ ਜਾਊਗਾ E ਦੀ ਜਗ੍ਹਾ ਤੇ ਲਿਖਤਾ M/N ਨਾਲ 9650 ਕਰੰਟ ਇਨਟੂ ਟਾਈਮ। ਹੁਣ ਸਾਰੀਆਂ ਚੀਜ਼ਾਂ ਸਾਡੇ ਨੋਨ 'ਚ ਆ। ਮੋਲਰ ਮਾਸ ਸਾਨੂੰ ਪਤਾ ਲੱਗ ਜਾਂਦਾ, ਕਰੰਟ ਬਾਰੇ ਸਾਨੂੰ ਨੌਲੇਜ ਹੈਗੀ, ਟਾਈਮ ਬਾਰੇ ਪਤਾ ਲੱਗ ਜਾਂਦਾ, ਤੇ n ਫੈਕਟਰ ਸਾਨੂੰ ਕੱਢਣਾ ਆਉਂਦਾ। ਆ ਸਾਡਾ ਫਸਟ ਲਾ ਬਣ ਗਿਆ ਫੈਰੇਡੇ ਦਾ ਫਸਟ ਲਾ ਬਣ ਗਿਆ। ਹੁਣ ਆ ਜਿਹੜਾ 96500 ਨਾ, ਇਹ ਫੈਰੇਡੇ ਦੀ ਵੈਲਿਊ ਦੀ 1 ਫੈਰੇਡੇ ਕਿਹਦੇ ਇਕੁਅਲ ਹੁੰਦਾ, 96500 ਕੂਲਮ ਦੇ। 96500 ਕੂਲਮ ਦੇ। ਜੇ ਨਮੈਰੀਕਲ ਦੇ ਵਿੱਚ ਜੇ ਗਿਵਨ ਇੱਦਾਂ ਦਿੱਤਾ ਨਾ 9600 ਕੂਲਮ, ਆਪਣੇ ਕੋਲੋਂ 500 ਨਾ ਲਿਖੀ ਜਾਇਓ। ਆਪਾਂ ਤੇ ਇੰਨਾ ਲਿਖਿਆ, ਉਹਦਾ ਐਗਜ਼ੈਕਟ ਨਾ ਤੇ ਆ ਐਗਜ਼ੈਕਟ ਆ, ਨਾ ਆ ਚੀਜ਼ ਐਗਜ਼ੈਕਟ ਹੈ। ਐਗਜ਼ੈਕਟ ਕੁਝ ਹੋਰ ਹੁੰਦਾ ਏ, 96498 ਕੁਝ ਇਸ ਤਰ੍ਹਾਂ ਕਰਕੇ ਹੁੰਦਾ ਵਾ। ਪਰ ਜੇਕਰ ਕੁਐਸਚਨ 'ਚ 96000 ਲਿਖਿਆ, ਤੁਸੀਂ 96000 ਹੀ ਭਰਨਾ। 96500 ਦਿੱਤਾ, ਇਹੋ ਹੀ ਭਰਨਾ। ਜੇ ਕੁਝ ਨਹੀਂ ਲਿਖਿਆ ਤੇ 96500 ਹੀ ਭਰਨਾ। ਠੀਕ ਹੈ, ਵੈਸੇ ਯਾਦ ਰੱਖਿਓ ਦੋ ਚੀਜ਼ਾਂ। ਟਾਈਮ ਕਾਹਦੇ 'ਚ ਹੁੰਦਾ, ਸੈਕਿੰਡ 'ਚ, ਕਰੰਟ ਹੁੰਦਾ ਐਂਪੀਅਰ 'ਚ, ਮੋਲਰ ਮਾਸ ਹੁੰਦਾ ਗ੍ਰਾਮ ਦੇ ਵਿੱਚ। ਠੀਕ ਹੈ, ਹੁਣ ਆਪਾਂ ਅੱਜ ਤੱਕ ਪੜ੍ਹ ਲਿਆ ਫੈਰੇਡੇ ਦਾ ਲਾ ਕੀ ਹੁੰਦਾ। ਫੈਰੇਡੇ ਦਾ ਸਿਰਫ ਪਹਿਲਾ ਲਾ ਪੜ੍ਹਿਆ, ਕੱਲ੍ਹ ਇਹਦੇ ਨਾਲ ਰਿਲੇਟਿਡ ਆਪਾਂ ਨਮੈਰੀਕਲ ਕਰਾਂਗੇ। ਇਹ ਲਾ ਦੇ ਆ ਚੀਜ਼ ਤੋਂ ਸਾਰੀ ਸਟੇਟਮੈਂਟ ਬਣ ਜਾਂਦੀ, W ਪ੍ਰਪੋਰਸ਼ਨਲ ਟੂ Q। ਜਿੰਨਾ ਜ਼ਿਆਦਾ ਚਾਰਜ ਹੋਊਗਾ ਓਨਾ ਮਾਸ ਡਿਪੋਜ਼ਿਟਡ ਹੋਣਾ। ਯਾਦ ਰੱਖ ਲਓ, ਜਿੰਨਾ ਜ਼ਿਆਦਾ ਚਾਰਜ ਸੋਲਿਊਸ਼ਨ ਦੇ ਵਿੱਚ ਫਲੋ ਕਰੂਗਾ ਓਨਾ ਹੀ ਮਾਸ ਕੀ ਹੋਣਾ ਵਾ, ਡਿਪੋਜ਼ਿਟਡ। ਇਹਨੂੰ ਹੀ ਇੰਗਲਿਸ਼ ਵਿੱਚ ਆਪਾਂ ਇਸ ਤਰ੍ਹਾਂ ਲਿਖਤਾ, ਫਿਰ ਅੱਗੇ ਕਰਕੇ ਆਪਾਂ ਇੱਕ ਫਾਰਮੂਲਾ ਤਿਆਰ ਕਰ ਲਿਆ। ਠੀਕ ਹੈ, ਥੈਂਕ ਯੂ ਜੀ।